ਮਾਸਟਰ ਦੇ ਰੂਪ ਦੇ ਵਿੱਚ ਨਜ਼ਰ ਆਏ। ਹਾਈ ਸਕੂਲ ਪੈਪਟੋਈ ਦਾ ਜਿਹੜਾ ਸੀ ਉਹ ਪ੍ਰਭਾਵਿਤ ਹੋਇਆ। ਇੱਕ ਕੇਸ ਤੋਂ ਆਪਾਂ ਸ਼ੁਰੂ ਹੋ ਕੇ ਦੇਖਿਆ ਸਾਡਾ ਪੰਜਾਬੀ ਭਾਈਚਾਰਾ, ਫਿਊਜਨ ਇੰਡੀਅਨ ਭਾਈਚਾਰਾ, ਸਾਰਾ ਸਾਡਾ ਜਿਹੜਾ ਵੱਡਾ ਮੂਲ ਹੈ ਉਹਨਾਂ ਦਾ ਪ੍ਰਭਾਵਿਤ ਹੋਇਆ ਤੇ ਬਹੁਤ ਇਨਫੋਰਮੇਸ਼ਨ ਜਿਹੜੀ ਸੀ ਸਾਡੇ ਤੱਕ ਪਹੁੰਚੀ। ਕਾਫੀ ਅਫਵਾਹਾਂ ਵੀ ਸਨ, ਉਹਨਾਂ ਨੂੰ ਵੀ ਅਸੀਂ ਇਸ ਰੇਡੀਓ ਸਟੇਸ਼ਨ ਤੇ ਟੈਕਲ ਕੀਤਾ। ਸਾਡੇ ਬਿਜ਼ਨਸਿਸ ਵੀ ਜਿਹੜੇ ਨੇ ਉਹ ਵੀ ਇਫੈਕਟ ਹੋਏ। ਕੋਸ਼ਿਸ਼ ਸੀ ਸਾਡੇ ਸਾਰੇ ਹੀ ਭਾਈਚਾਰੇ ਦੀ ਕਿ ਇਸਨੂੰ ਜਲਦ ਤੋਂ ਜਲਦ ਇੱਕ ਜ਼ਿੰਮੇਵਾਰਕ ਤਰੀਕੇ ਦੇ ਨਾਲ ਜਿਹੜਾ ਨਜਿੱਠਿਆ ਜਾਵੇ, ਲੇਕਿਨ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਹੁਤ ਕੁਛ ਜਿਹੜਾ ਆਊਟ ਆਫ ਜਿਹੜਾ ਪਲੇਸ ਹੋ ਗਿਆ। ਉਹਨਾਂ ਵਿੱਚ ਖਾਸ ਕਰਕੇ ਕੇਸਿਸ ਵਧੇ ਤੇ ਅਣਗਹਿਲੀਆਂ ਕੁਝ ਇੱਕ ਇਫੈਕਟਡ ਆਪਾਂ ਮਰੀਜ਼ਾਂ ਦੀਆਂ ਕਹਿ ਸਕਦੇ ਹਾਂ COVID-19 ਦੇ ਨਾਲ। ਜਦੋਂ ਇਹ ਅਣਗਹਿਲੀਆਂ ਵੱਧ ਗਈਆਂ ਤਾਂ ਨੈਚੁਰਲੀ ਦੁਬਾਰਾ ਲੋਕਡਾਊਨ ਜਿਹੜਾ ਇੱਥੇ ਲੱਗਿਆ। ਸੋ ਸਾਡਾ ਭਾਈਚਾਰਾ ਜਿਹੜਾ ਬਹੁਤ ਜ਼ਿਆਦਾ ਇਸ ਦੇ ਨਾਲ ਪ੍ਰਭਾਵਿਤ ਹੈ ਪੈਪਟੋਈ ਦਾ। ਤੇ ਇਸ ਸਾਰੇ ਨੂੰ ਲੈ ਕੇ ਨੈਚੁਰਲੀ ਸਾਡੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਭਾਰਤੀ ਮੂਲ ਦੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਵੀ ਕਾਫੀ ਚਿੰਤਤ ਨੇ। ਉਹਨਾਂ ਦੇ ਵਿੱਚੋਂ ਜਿੱਥੇ ਪਹਿਲੀ ਵਾਰ ਸਾਡੇ ਸਟੂਡੀਓਜ਼ ਦੇ ਵਿੱਚ ਵਾਇਆ ਇੰਟਰਨੈਟ ਗੌਰਵ ਸ਼ਰਮਾ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਨੇ। ਅਸੀਂ ਉਹਨਾਂ ਦਾ ਜਲਦ ਹੀ ਇਸਤਕਬਾਲ ਕਰਾਂਗੇ। ਸੋ ਤੁਸੀਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਸਾਡੇ ਨਾਲ ਲਾਈਵ ਜਿਹੜਾ ਹੋ ਸਕਦੇ ਹੋ। ਅਸੀਂ ਲਾਈਵ ਆਲਰੇਡੀ ਹੋ ਚੁੱਕੇ ਹਾਂ ਤੇ ਗੌਰਵ ਸ਼ਰਮਾ ਜੀ ਵੀ ਆਪਣੇ ਸੇਫਲੀ ਆਪਣੇ ਜਿਹੜੇ ਇਨਵਾਇਰਮੈਂਟ ਦੇ ਵਿੱਚ ਬੈਠੇ ਸਾਡੇ ਨਾਲ ਜਿਹੜੇ ਉਹ ਲਾਈਵ ਹੋ ਰਹੇ ਨੇ। ਸੋ ਤੁਸੀਂ ਰੇਡੀਓ ਸਪਾਈਸ ਫੇਸਬੁੱਕ ਦੇ ਉੱਤੇ ਵੀ ਸਾਨੂੰ ਦੇਖ ਸਕਦੇ ਹੋ ਤੇ ਰੇਡੀਓ ਸਪਾਈਸ ਦੇ ਉੱਤੇ ਜਿੱਥੇ ਤੁਸੀਂ ਆਕਲੈਂਡ ਭਰ ਦੇ ਵਿੱਚ, ਨੇਪੀਅਰ ਹੇਸਟਿੰਗਸ ਦੇ ਵਿੱਚ, ਹੈਮਿਲਟਨ ਦੇ ਵਿੱਚ, ਕ੍ਰਾਈਸਟਚਰਚ ਜਿੱਥੇ ਰੀਅਲ ਟਾਈਮ ਰੇਡੀਓ ਸਪਾਈਸ ਚੱਲ ਰਿਹਾ, 5 ਸ਼ਹਿਰਾਂ ਦੇ ਵਿੱਚ ਤੇ ਨਾਲ ਦੇ ਨਾਲ ਤੁਸੀਂ ਵਰਲਡ ਵਾਈਡ ਸਾਨੂੰ ਰੇਡੀਓ ਸਪਾਈਸ ਦੀਆਂ ਐਪਸ ਦੇ ਉੱਤੇ ਸੁਣ ਸਕਦੇ ਹੋ। ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਗੌਰਵ ਸ਼ਰਮਾ ਜਿਹੜੇ ਨੇ ਜਿੱਥੇ ਬੜੇ ਮਾਣ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ ਸਾਡੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ 1987 ਦੇ ਵਿੱਚ ਜਰਮਨੀ ਨਿਊਜ਼ੀਲੈਂਡ ਦੇ ਬਤੌਰ ਡਾਕਟਰ ਤੇ ਹੁਣ ਪੋਲੀਟੀਸ਼ੀਅਨ ਨੇ। ਬੈਚਲਰ ਆਫ ਮੈਡੀਸਨ ਤੇ ਸਰਜਰੀ ਉਹਨਾਂ ਨੇ ਆਕਲੈਂਡ ਯੂਨੀਵਰਸਿਟੀ ਤੋਂ ਕੀਤੀ ਹੈ। ਨਾਲ ਦੇ ਨਾਲ MBA ਜਿਹੜਾ ਉਹਨਾਂ ਨੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਹੈ ਉੱਥੋਂ ਕਰਕੇ ਲੇਬਰ ਪਾਰਟੀ ਦੇ ਕੈਂਡੀਡੇਟ ਜਿੱਤਦੇ ਹੋਏ ਹੈਮਿਲਟਨ ਈਸਟ ਤੋਂ ਜਿਹੜੇ ਨੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਤੇ ਜਿੱਥੇ ਉਹਨਾਂ ਨੇ ਕਾਫੀ ਸਮਾਂ ਵੋਲੰਟੀਅਰ ਬਤੌਰ ਵੀ ਕੀਤਾ ਤੇ ਅੱਜ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਹੀ ਲਾਈਵ ਸਟ੍ਰੀਮ ਦੇ ਉੱਤੇ ਲੈ ਕੇ ਆ ਰਹੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਕੋਈ ਸਵਾਲ ਸਾਡੇ ਤੱਕ ਪੁੱਛ ਸਕਦੇ ਹੋ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ। ਗੌਰਵ ਰੇਡੀਓ ਸਪਾਈਸ ਦੇ ਨਵਤੇਜ ਜੀ ਤੁਹਾਡੀ ਆਵਾਜ਼ ਮੇਰੇ ਖਿਆਲ ਤੇ ਕੱਟ ਗਈ। ਹੁਣ ਕਿੱਦਾਂ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਹੁਣ ਬਿਲਕੁਲ ਠੀਕ ਹੈ ਜੀ। ਹਾਂਜੀ ਪਰਫੈਕਟ। ਸੋ ਮੇਰਾ ਨੈਚੁਰਲੀ ਗੌਰਵ ਜੀ ਸਵਾਲ ਸੀ ਕਿ ਕਿਵੇਂ ਮਹਿਸੂਸ ਕਰ ਰਹੇ ਹੋ ਬੀਇੰਗ ਦ ਫਰਸਟ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿ ਹੈਮਿਲਟਨ ਤੋਂ ਮੈਂ ਕਹਿ ਸਕਦਾ ਆਫ ਇੰਡੀਅਨ origin ਤੁਸੀਂ ਬਣੇ ਹੋ, ਕਿਵੇਂ ਮਹਿਸੂਸ ਹੋ ਰਿਹਾ? ਪਹਿਲੇ ਤਾਂ ਨਵਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਹੈ ਤੁਹਾਡੇ ਸ਼ਰੋਤਾਂ ਨੂੰ ਲੋਕਾਂ ਕਨੇ ਗੱਲ ਕਰਨ ਵਾਸਤੇ। ਤੋ ਮੇਰਾ ਐਕਚੁਅਲੀ ਮੇਰਾ ਕਨੇ ਤੁਹਾਡਾ ਪਹਿਲਾ ਇੰਟਰੈਕਸ਼ਨ ਹੈਗਾ ਰੇਡੀਓ 'ਚ, ਮੈਂ ਬਹੁਤ ਐਕਸਾਈਟਡ ਹੈਗਾ। ਤੋ ਜੀ ਦੇਖिए ਗੱਲ ਤਾਂ ਇਹ ਹੈਗੀ ਪਹਿਲੀ ਤਾਂ ਮੈਂ ਹੈਮਿਲਟਨ ਵੈਸਟ ਤੋਂ ਹੈਗਾ, ਹੈਮਿਲਟਨ ਈਸਟ ਨਹੀਂ। ਕਾਫੀ ਲੋਕ ਕਨਫਿਊਜ਼ ਹੋ ਜਾਂਦੇ ਮੇਰੇ ਕੋਲ ਕਨੇ ਜੇਮੀ ਕੋਲ, ਤਾਂ ਮੈਂ ਹੈਮਿਲਟਨ ਵੈਸਟ ਤੋਂ ਹੈਗਾ, ਜੇਮੀ ਹੈਮਿਲਟਨ ਈਸਟ ਤੋਂ ਹੈਗਾ। ਦੂਜੀ ਗੱਲ ਇਹ ਹੈਗੀ ਕਿ ਨਾ ਕਿ ਸਿਰਫ ਹੈਮਿਲਟਨ ਤੋਂ ਪਹਿਲਾ ਇਲੈਕਟੋਰੇਟ ਵੀ ਸਾਡਾ ਹੀ ਸੀ ਜੋ ਕਿ ਕਿਸੇ ਇੰਡੀਅਨ ਬੰਦੇ ਨੇ ਜਿੱਤਿਆ। ਤੋ ਦੇਖੋ ਜੀ ਸਾਨੂੰ ਹੁਣ ਇਹ ਹੈ ਕਿ ਰਿਸਪੋਂਸਿਬਿਲਿਟੀ ਵੀ ਉਤਨੀ ਹੈਗੀ ਜਿੱਦਾਂ ਲੋਕਾਂ ਦਾ ਪਿਆਰ ਹੈਗਾ, ਜਿੱਦਾਂ ਲੋਕਾਂ ਦਾ ਵਿਸ਼ਵਾਸ ਹੈਗਾ ਕਿ ਅਸੀਂ ਇਲੈਕਸ਼ਨ ਜਿੱਤੇ, ਉਤਨਾ ਸਾਨੂੰ ਇਹ ਵੀ ਹੈਗਾ ਕਿ ਅੱਗੇ ਕੰਮ ਵੀ ਲੋਕਾਂ ਦਾ ਕਰਨਾ ਹੈ। ਤੋ ਇਟ ਕਮਸ ਵਿਦ ਅ ਲੋਟ ਆਫ ਰਿਸਪੋਂਸਿਬਿਲਿਟੀ।
ਇੱਥੇ ਇੱਕ ਇੰਟਰਸਟਿੰਗ ਜਿਹੜਾ ਚੈਪਟਰ ਮੈਨੂੰ ਪਤਾ ਪਾਰਲੀਮੈਂਟ ਦੇ ਵਿੱਚ ਤੁਸੀਂ ਜਿਹੜੀ ਸਹੁੰ ਚੁੱਕੀ ਸੰਸਕ੍ਰਿਤ ਦੇ ਵਿੱਚ ਚੁੱਕੀ, ਬਹੁਤ ਹੀ ਸਾਰੇ ਐਕਸਾਈਟਡ ਹੋਏ ਨੈਚੁਰਲੀ। ਤੁਸੀਂ ਇੱਕ ਸਾਡੇ ਇੰਡੀਆ ਦੀ ਇੰਨੀ ਪੁਰਾਣੀ ਜ਼ਬਾਨ ਜਿਹੜੀ ਆ ਉਸਨੂੰ ਮਹੱਤਤਾ ਦਿੱਤੀ, ਸੋ ਇਸ ਦੇ ਲਈ ਵੀ ਨੈਚੁਰਲੀ ਸਾਰਿਆਂ ਨੇ ਤੁਹਾਨੂੰ ਕਮਿਊਨਿਟੀ ਦੇ ਵਿੱਚ ਵਧਾਈਆਂ ਦਿੱਤੀਆਂ। ਤੇ ਆਪਾਂ ਹਜੇ ਸੈਲੀਬ੍ਰੇਟ ਹੀ ਕਰ ਰਹੇ ਸੀ ਤੇ ਤੁਹਾਨੂੰ ਕੋਵਿਡ ਜਿਹੜੀ ਹੈ ਫਿਰ ਦੁਬਾਰਾ ਜਿਹੜੀ ਉਸਨੇ ਦਸਤਕ ਦੇ ਦਿੱਤੀ। ਸੋ ਜਿੱਥੇ ਪੈਪਟੋਈ ਦੇ ਵਿੱਚ ਬਹੁਤ ਲੋਕ ਜਿਹੜੇ ਨੇ ਉਹ ਏਅਰਪੋਰਟ ਬਾਰਡਰ ਜਿਹੜੇ ਐਜ਼ ਅ ਬਾਰਡਰ ਵਰਕਰ ਕੰਮ ਕਰਦੇ ਨੇ, ਸੋ ਨੈਚੁਰਲ ਹੀ ਸੀਗਾ ਕਿ ਪੈਪਟੋਈ ਦੇ ਵਿੱਚ ਕੇਸਿਸ ਜਿਹੜੇ ਆਪਾਂ ਕਹਿ ਸਕਦੇ ਹਾਂ ਉਹ ਦਿਖਣੇ ਸ਼ੁਰੂ ਹੋਏ। ਸੋ ਜਿਹੜੀ ਅੱਜ ਦੀ ਸਰਕਾਰ ਹੈ, ਨੈਚੁਰਲੀ ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਹੁਣ ਤੱਕ ਦੇ ਕਿਹੜੇ ਸਟੈਪਸ ਉਹਨਾਂ ਨੇ ਲਏ ਨੇ ਕਿ ਇਹ ਬਾਰਡਰ ਦੇ ਉੱਤੇ ਜਿਹੜੀ ਇੱਕ ਕਿਸਮ ਦੀ ਆਪਾਂ ਲੀਕੇਜ ਕਹਿ ਸਕਦੇ ਹਾਂ ਉਸ ਨੂੰ ਬੰਦ ਕੀਤਾ ਜਾਵੇ, ਤੇ ਫਿਊਚਰ ਦੀ ਕੀ ਪਲੈਨਿੰਗ ਹੈ ਜੇ ਆਪਾਂ ਇਸ ਨੂੰ ਰੱਖਦੇ ਹਾਂ ਕਿ ਬਾਰਡਰ ਜਿਹੜੀ ਸਾਡੀ ਸਿਕਿਉਰਿਟੀ ਕੁਆਰੰਟੀਨ ਦੇ ਵਿੱਚ ਕੰਮ ਕਰਦੇ ਬਹੁਤ ਸਾਊਥ ਆਕਲੈਂਡ ਨੂੰ ਲੈ ਕੇ ਜਿਹੜੇ ਸਾਡੇ ਇੰਡੀਅਨ ਮੂਲ ਦੇ ਲੋਕ ਨੇ ਉਹਨਾਂ ਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਰਿਹਾ ਤੇ ਫਿਊਚਰ ਦੇ ਵਿੱਚ ਕੀਤਾ ਜਾਏਗਾ। ਤੋ ਦੇਖੋ ਜੀ, ਪਹਿਲੇ ਤਾਂ ਤੁਹਾਨੂੰ ਪਤਾ ਹੀ ਹੈਗਾ ਕਿ ਜਿੱਦਾਂ ਤੋਂ ਸਾਨੂੰ ਪਤਾ ਲੱਗਿਆ ਕਿ ਹੋਰ ਕੇਸ ਹੋ ਗਏ ਤਾਂ ਉਸ ਦਿਨ ਤੋਂ ਆਕਲੈਂਡ 'ਚ ਲੈਵਲ 3 ਹੋ ਗਿਆ ਅਲਰਟ, ਤਾਂ ਬਾਕੀ ਨਿਊਜ਼ੀਲੈਂਡ 'ਚ ਲੈਵਲ 2 ਹੋ ਗਿਆ। ਤਾਂ ਸਾਰ ਤੋਂ ਵੱਡੀ ਮੇਨ ਗੱਲ ਤਾਂ ਇਹ ਹੈਗੀ ਕਿ ਇਹ ਜੋ ਲੈਵਲ ਚੇਂਜ ਹੋਇਆ ਹੈਗਾ ਇਟ ਇਜ਼ ਫॉर द ਰਾਈਟ ਰੀਜ਼ਨ। ਤੁਹਾਨੂੰ ਪਹਿਲੇ ਵੀ ਪਤਾ ਹੈ, ਪਹਿਲੇ ਵੀ ਅਸੀਂ ਬਾਰ-ਬਾਰ ਆ ਕੇ ਪਿੱਛੇ ਲੈਵਲ 'ਚ ਗਏ ਹੈਗੇ। ਉਹਨਾਂ ਲੈਵਲ ਚੇਂਜ ਹੋਣੇ 'ਤੇ ਕੀ ਹੁੰਦਾ ਹੈ ਕਿ ਜੋ ਕੋਵਿਡ ਦੇ ਕੇਸ ਹੈ ਉਹ ਕੰਟੇਨ ਹੋ ਜਾਂਦੇ, ਕਿਉਂਕਿ ਮੈਨੂੰ ਪਤਾ ਹੈ ਕਾਫੀ ਲੋਕਾਂ ਨੂੰ ਤਕਲੀਫ ਆਉਂਦੀ ਹੈ, ਲੋਕ ਬਾਰਡਰ 'ਤੇ ਵੀ ਫਸੇ ਹੋਏ, ਕੋਈ ਆਕਲੈਂਡ ਆਉਣ ਦੀ ਪ੍ਰੋਬਲਮ ਹੈਗੀ, ਕਾਫੀ ਲੋਕ ਇੱਥੇ ਕੌਂਸਰਟ 'ਚ ਵੀ ਆਏ ਸੀ ਹੈਮਿਲਟਨ। ਪਰ ਸਾਰਿਆਂ ਤੋਂ ਇੰਪੋਰਟੈਂਟ ਗੱਲ ਹੈਗੀ ਕਿ ਇਹ ਜੋ ਤੁਸੀਂ ਅਲਰਟ ਲੈਵਲ ਚੇਂਜ ਕਰ ਦਿੱਤੇ ਨਾ, ਉਸ 'ਤੇ ਇਹ ਜੋ ਕੇਸਿਸ ਹੈਗੇ ਕੰਟਰੋਲ ਹੋ ਜਾਂਦੇ। ਦੂਜੀ ਗੱਲ ਇਹ ਹੈਗੀ ਕਿ ਜੋ ਤੁਸੀਂ ਸਪੈਸੀਫਿਕ ਗੱਲ ਕਰ ਰਹੇ ਹੋ ਬਾਰਡਰ ਵਾਲੇ ਲੋਕਾਂ ਦੀ, ਤਾਂ ਉਹ ਜੋ ਬਾਰਡਰ 'ਚ ਲੋਕ ਕੰਮ ਕਰਦੇ, ਚਾਹੇ ਉਹ ਕਲੀਨਰ ਹੈਗੇ, ਚਾਹੇ ਉਹ MIQ 'ਚ ਸਿਕਿਉਰਿਟੀ ਹੈਗੇ, ਉਹਨਾਂ ਸਾਰਿਆਂ ਦਾ ਰੈਗੂਲਰ ਟੈਸਟ ਵੀ ਹੁੰਦਾ। ਠੀਕ ਹੈ, ਤਾਂ ਉਹ ਦੈਟ ਇਜ਼ ਆਲਸੋ ਵੈਰੀ ਗੁੱਡ, ਕਿਉਂਕਿ ਉਸ 'ਤੇ ਕਿਆ ਹੈ ਕਿ ਜੇ ਕੋਈ ਲੀਕੇਜ ਹੈਗੀ ਤਾਂ ਤੁਹਾਨੂੰ ਪਤਾ ਲੱਗ ਜਾਂਦੀ ਹੈ। ਹੁਣ ਇਸ ਸਪੈਸੀਫਿਕ ਕੇਸ 'ਚ ਇਹ ਹੈਗਾ ਕਿ ਹਾਲੇ ਪੂਰਾ ਲਿੰਕ ਪਤਾ ਨਹੀਂ ਲੱਗਿਆ ਹੈ। ਇਹ ਲਿੰਕ ਬਣਾने ਦੀ ਕੋਸ਼ਿਸ਼ है कि शायद ये इसलिए हो गया है क्योंकि LSG वो जो स्काई शेफ च वो काम करते सी ਉੱਥੇ ਤੇ ਉਹਨਾਂ ਨੇ ਪਕੜਿਆ। ਬਟ ਹੈਵਿੰਗ ਇਹ ਜੋ ਰੈਗੂਲਰ ਟੈਸਟ ਹੈ, ਇਸ ਤੇ ਪਤਾ ਲੱਗਦਾ ਹੈ ਕਿ ਕਿਆ ਐਸੇ ਲੋਕ ਹੈ ਕਮਿਊਨਿਟੀ ਜਿਨ੍ਹਾਂ ਨੂੰ ਕੋਵਿਡ ਹੋ ਗਿਆ ਹੈ ਕਿੱਥੇ ਦੇ, ਪਰ ਸਾਨੂੰ ਪਤਾ ਹੀ ਨਹੀਂ ਹੈ। ਸੋ ਆਈ ਥਿੰਕ ਦੈਟ ਇਜ਼ ਕੁਆਇਟ ਐਨ ਇੰਪੋਰਟੈਂਟ ਪਾਰਟ ਆਫ ਦ ਪਜ਼ਲ। ਨੈਚੁਰਲ ਕੁਐਸਚਨ ਆ ਰਿਹਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਬ੍ਰੇਕੇਜ ਆਪਾਂ ਕਹਿ ਸਕਦੇ ਹਾਂ ਜਾਂ ਜਿਹੜੀਆਂ ਆਊਟ ਜਿਹੜੀਆਂ ਕਮਿਊਨਿਟੀ ਦੇ ਵਿੱਚ ਆ ਰਹੀਆਂ ਕੇਸਿਸ, ਇਸ ਨੂੰ ਪਰਮਾਨੈਂਟਲੀ ਜਿਹੜਾ ਉਹ ਕਿੱਦਾਂ ਰੋਕਿਆ ਜਾਏਗਾ ਤੇ ਕੀ ਪਲੈਨਿੰਗ ਜਿਹੜੀ ਹੁੰਦੀ ਸਰਕਾਰ ਕਰ ਰਹੀ ਹੈ, ਕਿਉਂਕਿ ਨੈਚੁਰਲੀ ਇਸ ਦਾ ਬਿਜ਼ਨਸਿਸ ਦੇ ਉੱਤੇ ਲੋਕਾਂ ਦੀਆਂ ਲਾਈਵਲੀਹੁੱਡ ਉੱਤੇ ਬਹੁਤ ਇਫੈਕਟ ਪੈ ਰਿਹਾ ਤੇ ਸਾਊਥ ਆਕਲੈਂਡ 'ਚ ਖਾਸ ਕਰਕੇ ਇਹ ਨੈਚੁਰਲ ਹੈ ਕਿ ਇਫੈਕਟ ਵੱਧ ਪੈ ਰਿਹਾ, ਕਿਉਂਕਿ ਵਰਕਰ ਜਿਹੜੇ ਏਅਰਪੋਰਟ ਉੱਤੇ ਕੰਮ ਕਰ ਰਹੇ ਨੇ, ਏਅਰਪੋਰਟ ਰਿਲੇਟਡ ਵਰਕ ਜਿਹੜਾ ਹੈ ਉਸ ਦੇ ਵਿੱਚ ਸਭ ਤੋਂ ਵੱਧ ਸਾਊਥ ਆਕਲੈਂਡ ਹੈ। ਇੱਕ ਪਹਿਲਾਂ ਜੀ ਮੈਂ ਐਕਨੋਲੇਜ ਕਰਨਾ ਚਾਹੁੰਦਾ ਕਿ ਜਿਤਨੇ ਵੀ ਬਿਜ਼ਨਸਿਸ ਹੈਗੇ, ਲੋਕ ਹੈਗੇ, ਉਹਨਾਂ ਨੂੰ ਪਰੇਸ਼ਾਨੀ ਤਾਂ ਆਈ ਹੈਗੀ ਇਹ ਜੋ ਅਲਰਟ ਲੈਵਲ ਚੇਂਜ ਹੋਏ ਹੈਗੇ। ਤਾਂ ਸਾਰੇ ਤੋਂ ਇੰਪੋਰਟੈਂਟ ਗੱਲ ਹੈਗੀ ਕਿ ਅਸੀਂ ਮੰਨਦੇ ਹੈਗੇ। ਤੋ ਜਿੱਦਾਂ ਕਿ ਮੈਂ ਕਿਹਾ, ਦੇਖੋ ਜੀ, ਡਿਫਰੈਂਟ ਲੈਵਲ ਪਰ ਤੁਹਾਨੂੰ ਡਿਫਰੈਂਟ ਟੈਕਨੀਕ ਯੂਜ਼ ਕਰਨੀ ਪੈਂਦੀ ਹੈ। ਤਾਂ ਸਾਰਿਆਂ ਤੋਂ ਪਹਿਲੇ ਦੀ ਗੱਲ ਹੈਗੀ ਕਿ ਜੋ ਬਾਰਡਰ ਪਰ ਲੋਕ ਹੈਗੇ ਉਹਨਾਂ ਨੂੰ ਚੈੱਕ ਕਰੋ ਰੈਗੂਲਰਲੀ, ਤਾਂ ਕਿ ਕੋਈ ਜੇ ਕੇਸ ਹੈਗਾ, ਤੁਹਾਨੂੰ ਨਹੀਂ ਪਤਾ ਕਮਿਊਨਿਟੀ 'ਚ ਕਿਸੇ ਜੋ ਕੇਸ ਹੋ ਗਿਆ, ਕੋਈ ਸਿੰਪਟੋਮੈਟਿਕ ਵੀ ਨਹੀਂ ਹੈਗਾ ਪਰ MIQ 'ਚ ਕੰਮ ਕਰਦਾ ਹੈ, ਤਾਂ ਉਹਨਾਂ ਨੂੰ ਤੁਸੀਂ ਪਕੜ ਲਓ। ਤਾਂ ਇੱਕ ਤਾਂ ਉਹ ਹੋ ਗਿਆ। ਦੂਜੀ ਗੱਲ ਇਹ ਹੈਗੀ ਜੇ ਹੁਣ ਕੋਈ ਕੇਸ ਨਿਕਲਿਆ ਤਾਂ ਉਹਨਾਂ ਦੇ ਜਿਤਨੇ ਵੀ ਕੰਟੈਕਟ ਪੁਆਇੰਟ ਹੈ, ਜੋ ਲੋਕ ਉਹਨਾਂ ਕਨੇ ਘਰ 'ਚ ਰਹਿੰਦੇ ਹੈਗੇ ਜਾਂ ਉਹਨਾਂ ਕਨੇ ਸਕੂਲ ਪੜ੍ਹਦੇ ਹੈਗੇ, ਉਹਨਾਂ ਨੂੰ ਚੈੱਕ ਕਰੋ। ਉਹਨਾਂ ਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਪਰ ਤੀਜੀ ਗੱਲ ਹੈਗੀ, ਜੇ ਤੁਹਾਡਾ ਟੈਸਟ ਹੋਇਆ ਹੈ ਤਾਂ ਤੁਸੀਂ ਘਰ 'ਚ ਰਹੋ ਤਾਲੇ ਤੱਕ ਜੀ ਤੁਹਾਡਾ ਜੇ ਰਿਜ਼ਲਟ ਹੈ
वो नेगेटिव नहीं आया। तो वो काफ़ी इंपॉर्टेंट है। और वो जो कम्युनिकेशन है जी कि साडी कम्युनिटीज़ जो पता लगे कि ਲੈਵਲ 2 ਚ ਕੀ ਕਰਨਾ ਹੈ, ਲੈਵਲ 3 ਚ ਕੀ ਕਰਨਾ ਹੈ, ਉਹ ਇੰਪੋਰਟੈਂਟ ਹੈ। ਸਾਡੀ ਕਮਿਊਨਿਟੀ 'ਚ ਪਤਾ ਹੋ ਕਿ ਟੈਸਟ ਕਿੱਥੇ ਕਰਾਣਾ ਤੁਸੀਂ, ਤੁਹਾਨੂੰ ਜੇ ਤੁਸੀਂ ਨਹੀਂ ਕੰਮ ਪਰ ਜਾ ਸਕਦੇ ਹੋ ਤਾਂ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਕਿਆ ਹੈ, ਤੁਹਾਨੂੰ ਹੈਲਥ ਕੇਅਰ ਦੀ ਸਪੋਰਟ ਕਿਆ ਹੈ, ਜੇ ਤੁਹਾਨੂੰ ਉਸ ਦੀ ਵਜ੍ਹਾ ਨਾਲ ਸਟ੍ਰੈਸ ਹੋ ਗਿਆ ਤਾਂ ਮੈਂਟਲ ਹੈਲਥ ਦੀ ਕਿਆ ਸਪੋਰਟ ਹੈ, ਉਹ ਕਾਫੀ ਇੰਪੋਰਟੈਂਟ ਹੈ। ਤਾਂ ਵੇਰੀਅਸ ਕੈਟੇਗਰੀ ਦਾ ਵੇਰੀਅਸ ਉਹ ਹੈ। ਜੇ ਸਟਾਰਟਿੰਗ ਪੁਆਇੰਟ ਹੈ ਕਿ ਜੀ ਪਹਿਲੇ ਤਾਂ ਕੋਵਿਡ ਆਏ ਨਹੀਂ ਨਿਊਜ਼ੀਲੈਂਡ 'ਚ, ਉਸ ਵਾਸਤੇ ਤੁਸੀਂ MIQ ਵਾਲੇ ਜੋ ਚੈੱਕ ਕਰੋ, ਉਹ ਆਪਾਂ ਕਰ ਰਹੇ ਹਾਂ। ਦੂਜਾ ਇਹ ਹੈ ਕਿ ਜੀ ਜੇ ਕਿਸੇ ਨੂੰ ਹੋ ਗਿਆ ਹੈ ਤਾਂ ਉਹਨਾਂ ਦੇ ਸਾਰੀ ਫੈਮਿਲੀ ਜੋ ਟਰੈਕ ਕਰੋ, ਔਰ ਪਬਲਿਕ ਹੈਲਥ ਐਡ ਉਸ 'ਚ ਬਹੁਤ ਕੰਮ ਕਰ ਰਹੇ ਹਨ। ਜੈਸੇ ਕਿ ਤੁਸੀਂ ਦੇਖੋ ਹੁਣ ਪਿਛਲੇ ਇੱਕ ਹਫ਼ਤੇ 'ਚ ਲੱਖ ਤੋਂ ਉੱਪਰ ਲੋਕਾਂ ਨੂੰ ਇਹਨਾਂ ਟੈਸਟ ਕੀਤਾ ਹੈਗਾ, ਤਾਂ ਕਾਫੀ ਜ਼ਿਆਦਾ ਪੋਪੂਲੇਸ਼ਨ ਜਿਹਨਾਂ ਨੂੰ ਟੈਸਟ ਕੀਤਾ ਹੈ। ਬਟ ਥਰਡ ਜਗ੍ਹਾ ਜੋ ਹੈ ਜਿੱਥੇ ਥੋੜਾ ਜਿਹਾ ਮਾੜਾ ਜਿਹਾ ਕੰਮ ਰਹਿ ਗਿਆ ਸੀ, ਉਹ ਇਹ ਹੈ ਕਿ ਉਹ ਜੋ ਲੋਕ ਜਿਨ੍ਹਾਂ ਦਾ ਟੈਸਟ ਹੋਇਆ ਉਹ ਘਰੇ ਨਹੀਂ ਬੈਠੇ, ਉਹ ਬਾਹਰ ਜਾ ਕੇ ਘੁੰਮ ਰਹੇ ਸੀ। ਤਾਂ ਉਹਨਾਂ ਨੂੰ ਬਾਰ-ਬਾਰ ਯਾਦ ਦਿਲਾਣਾ ਕਿ ਜੇ ਤੁਹਾਡਾ ਕੋਈ ਟੈਸਟ ਹੋ ਰਿਹਾ ਤਾਂ ਉਸ ਦਾ ਕੋਈ ਰੀਜ਼ਨ ਹੈਗਾ। ਔਰ ਕਈ ਲੋਕਾਂ ਨੂੰ ਸਿੰਪਟਮ ਬੜੇ ਸਟਰੋਂਗ ਨਹੀਂ ਹੁੰਦੇ, ਉਹਨਾਂ ਨੂੰ ਯਾਦ ਦਿਲਾਣਾ ਕਿ ਜੇ ਸਿੰਪਟਮ ਤੁਹਾਡੇ ਈਵਨ ਚਾਹੇ ਵੀਕ ਹੈਗੇ, ਜੇ ਤੁਹਾਡਾ ਟੈਸਟ ਹੋਇਆ ਤਾਂ ਤੁਹਾਨੂੰ ਘਰ ਬੈਠਣਾ ਚਾਹੀਦਾ, ਜਾਂ ਤੁਹਾਨੂੰ ਸਿੰਪਟਮ ਹੈ ਤਾਂ ਤੁਹਾਨੂੰ ਘਰ ਬੈਠਣਾ ਚਾਹੀਦਾ ਟੈਸਟ ਕਰਨ ਤੋਂ ਬਾਅਦ। ਗੌਰਵ ਜੀ, ਇਹ ਵੀ ਸਵਾਲ ਪੁੱਛਿਆ ਜਾ ਰਿਹਾ, ਸਾਰੇ ਕਹਿ ਰਹੇ ਨੇ ਕਿ ਨੈਚੁਰਲੀ ਇਸ ਦੇ ਵਿੱਚ ਆਪਾਂ ਰਿਐਕਟਿਵ ਜਿਹੜਾ ਸਾਡਾ ਇਸ ਟਾਈਮ ਜਿਹੜਾ ਬਿਹੇਵੀਅਰ ਚੱਲ ਰਿਹਾ, ਲੇਕਿਨ ਆਪਾਂ ਫਿਊਚਰ ਦੇ ਵਿੱਚ ਇਸ ਨੂੰ ਕਿਵੇਂ ਇਫੈਕਟਿਵਲੀ ਰੋਕਿਆ ਜਾਵੇ, ਉਸ ਦੇ ਲਈ ਕੀ ਕਰਨ ਦੀ ਜ਼ਰੂਰਤ ਹੈ, ਇਹ ਵੀ ਇੱਕ ਸਵਾਲ ਨੈਚੁਰਲੀ ਸਾਰਿਆਂ ਦੇ ਮਨਾਂ ਦੇ ਵਿੱਚ ਹੈਗਾ। ਹੁਣ ਇੱਕ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਵੈਕਸੀਨ ਜਿਹੜੀ ਪਬਲਿਕ ਦੇ ਵਿੱਚ ਸਾਊਥ ਆਕਲੈਂਡ ਦੇ ਵਿੱਚ ਜਿਹੜੀ ਹੈ ਇੰਟਰੋਡਿਊਸ ਕਰਾਂਗੇ, ਉਸ ਦੇ ਬਾਰੇ ਥੋੜਾ ਤੁਸੀਂ ਖੁੱਲ ਕੇ ਦੱਸੋਗੇ? ਹਾਂਜੀ, तो देखिए पहली गल तो यह हैगी कि ਹੁਣ ਇਸ ਤੋਂ ਬਾਅਦ ਅੱਗੇ ਜੋ ਪ੍ਰੋਬਲਮ ਹੁਣ ਆਈ ਹੈਗੀ, ਫਿਰ ਅਗਲੀ ਵਾਰ ਨਹੀਂ ਆਣੀ ਚਾਹੀਦੀ। ਤਾਂ ਉਸ ਵਾਸਤੇ ਸਾਰਿਆਂ ਦੀ ਇੰਪੋਰਟੈਂਟ ਗੱਲ ਤਾਂ ਇਹ ਹੈਗੀ ਕਿ ਸਾਰੀ ਕਮਿਊਨਿਟੀ ਸਾਰੀ ਜੇ ਹੈਗੀ ਸਾਡੀ, ਉਹਨਾਂ ਨੇ ਕਮਿਊਨੀਕੇਸ਼ਨ ਜੋ ਹੈ ਨਾ ਉਹ ਡਾਇਰੈਕਟ ਹੋ ਤੇ ਇਸ ਤਰ੍ਹਾਂ ਹੋ ਕਿ ਉਹਨਾਂ ਨੂੰ ਉਹਨਾਂ ਦੀ ਕਲਚਰ 'ਚ, ਉਹਨਾਂ ਦੀ ਭਾਸ਼ਾ 'ਚ ਹੋ ਹੈ। तो वो काफ़ी इम्पोर्टेंट है। और उस मामले 'ਚ जो है मिनिस्ट्री ऑफ हेल्थ, पब्लिक हेल्थ, उन्होंने ਹੁਣ ਕਾਫੀ ਕੰਮ ਕੀਤਾ ਹੈ। तो ਚਾਹੇ ਉਹ ਹਿੰਦੀ 'ਚ ਹੈ, ਪੰਜਾਬੀ 'ਚ ਹੈ, ਉਰਦੂ 'ਚ ਹੈ, ਅਰਬੀ 'ਚ ਹੈ, ਉਹਨਾਂ ਸਾਰੀ ਭਾਸ਼ਾ 'ਚ ਉਹਨਾਂ ਦੇ ਕਮਿਊਨਿਟੀ ਲੀਡਰ ਦੇ ਥਰੂ, ਆਰਗੇਨਾਈਜੇਸ਼ਨ ਦੇ ਥਰੂ ਲੋਕਾਂ ਤੱਕ ਪੁੱਜ ਰਹੇ ਹੈ। ਇੱਕ ਤਾਂ ਉਹ ਗੱਲ ਹੋ ਗਈ। ਦੂਜੀ ਗੱਲ ਜੋ ਹੈ ਜਿੱਦਾਂ ਹੁਣ ਵੈਕਸੀਨ ਦੀ ਗੱਲ ਹੈ, ਸੇਮ ਚੀਜ਼ ਹੈਗੀ। ਜੇ ਹੁਣ ਨੋਰਮਲ जनता जो आम जनता जो ताले जे वैक्सीन शुरू हो जाएगी, तो इट इज़ इम्पोर्टेंट कि उन्होंने लोगों जो पूरी इन्फॉर्मेशन हो कि मतलब क्या साइड इफेक्ट हैगे, क्या पॉजिटिव हैगे, कितने ते उन्होंने जो वैक्सीन मिलेगी, वो सारी चीज़ां उन्होंने भाषा च उन्होंने अवेलेबल होगी। तो वो तो नेक्स्ट स्टेप आ गया। जिथे तक गल है साउथ ऑकलैंड से वैक्सीनेशन की, एक्चुअली मैं हुणी इससे पहले एक कॉल पर सी डॉक्टर ब्लूमफील्ड ਨਾਲ। तो डॉक्टर ब्लूमफील्ड वही गल कर रहे थे कि जो है कि साउथ ऑकलैंड से वैक्सीन मिलनी चाहिए, इट इज़ अ गुड डिस्कशन पॉइंट। तो इत्थे ते शुरू करके हुण आपां डिसाइड करेंगे कि क्या है। तो हाले उन्होंने डिसाइड नहीं किया। डॉक्टर ब्लूमफील्ड इज पार्ट ऑफ द सोल्यूशन। तुहानूं पता ही है उन्होंने पिछले साल कितनी मतलब वधिया काम किया है इस काम च। तो उन्होंने ये कहा कि हाले डिस्कशन जारी है, क्योंकि साउथ ऑकलैंड जिद्दां तो तुम्हें कहा कि लोग एक तो पहले एयरपोर्ट से काम करते थे, काफ़ी लोग और है कि जो MIQ से रिलेटेड है, चाहे वो सिक्योरिटी च हैं, चाहे वो क्लीनर हैं, चाहे वो डॉक्टर हैं, सारी फैसिलिटी नर्सें हैं, तो उथी ज़्यादा वो भी रिस्क हैगा। तो ब्लूमफील्ड जी का भी यही कहना है कि दैट इज़ पार्ट ऑफ द कन्वर्सेशन कि आगे देखा जाए कि की हो। सवाल जिहड़ा इस तो इलावा काफ़ी बार, बिकॉज यू आर ऑफ अ इंडियन बैकग्राउंड, ते आई थिंक हुण अपने जिहड़े कॉमेंट्स दे विच भी मैनूं कहा जा रहा कि तुहाडे तों नैचुरली ये सवाल पुछया जावे कि जिहड़े अपने इंडियंस स्टक ने अपने माइग्रेंट्स ओवरसीज, तुसीं ਉਹਦੇ ਬਾਰੇ ਕੋਈ अपडेट देना चाहोगे? रीसेंट जिहड़ी लेटेस्ट हैगी आ कि व्हाट्स द अपडेट फॉर देम जिहड़े कि ऑफशोर माइग्रेंट्स स्टक ने, क्योंकि एक बड़ा
ਹੌਟ ਟੌਪਿਕ ਹੈਗਾ ਨੈਚੁਰਲੀ ਕਾਫੀ ਇਸ ਦੇ ਉੱਤੇ ਜਦੋਂ ਵੀ ਅਸੀਂ ਪ੍ਰੋਗਰਾਮ ਕਰੀਦਾ ਹੈ ਆਪਣੇ ਇੰਡੀਅਨ ਮੂਲ ਦੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਸੋ ਤੁਸੀਂ ਇਸ ਦੇ ਬਾਰੇ ਕੋਈ ਅਪਡੇਟ ਦੇਣਾ ਚਾਹੋਗੇ? ਬਿਲਕੁਲ, ਤਾਂ ਪਹਿਲੇ ਤਾਂ ਦੇਖੋ ਮੈਂ 2 ਚੀਜ਼ਾਂ ਕਹਾਂਗਾ ਤੁਹਾਨੂੰ। ਇੱਕ ਤਾਂ ਇਹ ਹੈਗਾ ਕਿ ਜੋ ਮਾਈਗ੍ਰੈਂਟ ਇੱਥੇ ਸਟਕ ਸੀ ਵਿਜ਼ਟਰ ਵੀਜ਼ਾ ਪਰ, ਉਹਨਾਂ ਨੂੰ ਰੀਸੈਂਟਲੀ ਸਰਕਾਰ ਨੇ ਉਹਨਾਂ ਦੇ ਵੀਜ਼ੇ ਜੋ ਹੈਗੇ 2 ਮਹੀਨੇ ਵਾਸਤੇ बढ़ा ਦਿੱਤੇ, ठीक है? तो ताकि उन्होंने जो वो टेंशन नहीं होगी कि वापस जाना है कि एक्सटेंशन कराने की क्या है। और इंस्टेड ऑफ दैट ये भी हैगा कि कई लोगों ਨੂੰ ਥੋੜੀ ਹੈਲਪ ਵੀ ਹੈਗੀ, ਫਾਈਨੈਂਸ਼ੀਅਲ ਹੈਲਪ ਵੀ ਹੈਗੀ ਜੇ ਕੋਈ ਇੱਥੇ ਸਟਕ ਹੈਗਾ, ਕਦੇ ਉਹਨਾਂ ਨੂੰ ਜੋ ਮੋਨਿਟਰੀ ਪ੍ਰੋਬਲਮ ਹੈਗੀ ਵਾਪਸ ਜਾਣ ਤੋਂ ਪਹਿਲੇ, ਤਾਂ ਉਹ ਵੀ ਮਿਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਨੇ ਆਫਰ ਕੀਤੀ ਹੈਗੀ ਜੇ ਲੋਕਾਂ ਨੂੰ ਹੈਲਪ ਚਾਹੀਏ, ਆਰਥਿਕ ਹੈਲਪ ਚਾਹੀਦੀ ਹੈਗੀ। ਜਹਾਂ ਤੱਕ ਬਾਹਰ ਸੇ ਸਾਡੇ ਇੰਡੀਅਨ ਲੋਕ ਇੰਡੀਆ 'ਚ ਫਸੇ ਹੈਗੇ, ਉਹਨਾਂ ਦੇ ਵਰਕ ਵੀਜ਼ਾ ਵੀ ਹੈਗੇ, ਕਿ ਮੈਂ ਐਕਨੋਲੇਜ ਕਰਨਾ ਚਾਹੁੰਦਾ ਮੁਹੰਮਦ ਅਨਸ ਸਾਹਿਬ, ਇਹਨਾਂ ਨੇ ਮੈਨੂੰ ਪਹਿਲੇ ਵੀ ਮੈਸੇਜ ਕੀਤਾ ਹੈ ਕਿ ਮੈਂ ਜੈਨੂਅਲੀ ਐਕਨੋਲੇਜ ਕਰਨਾ ਚਾਹੁੰਦਾ। ਦੇਖिए जी, ਮੇਰਾ ਜੀ ਕੰਮ ਹੈਗਾ ਨਾ ਐਜ਼ ਅ ਮੈਂਬਰ ਆਫ ਪਾਰਲੀਮੈਂਟ ਹੈ ਕਿ ਲੋਕਾਂ ਦੇ ਪ੍ਰੋਬਲਮਾਂ ਮਿਨਿਸਟਰ ਤੱਕ ਲੈ ਜਾਈਏ। ਕਿ ਮੈਂ ਤੁਹਾਨੂੰ ਜੈਨੂਅਲੀ ਬੋਲਦਾ ਕਿ ਮੈਨੇ ਇਮੀਗ੍ਰੇਸ਼ਨ ਮਿਨਿਸਟਰ ਜੀ ਵੀ ਕਨੇ ਐਥਨਿਕ ਅਫੇਅਰਸ ਮਿਨਿਸਟਰ ਦੋਨਾਂ ਨੂੰ ਸਾਰੀ ਮੈਸੇजेस ਪ੍ਰੋਵਾਈਡ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਜੀ ਤੁਸੀਂ ਇਹ ਕਰੋ ਉਹ ਕਰੋ, ਉਹ ਮੇਰਾ ਰੋਲ ਨਹੀਂ ਹੈਗਾ ਐਜ਼ ਅ MP। ਮੇਰਾ ਰੋਲ ਹੈਗਾ ਬੋਲਣਾ ਕਿ ਜੀ ਲੋਕਾਂ ਦੀ ਇਹ ਪ੍ਰੋਬਲਮ ਹੈਗੀ, ਲੋਕ ਇਹ ਬੋਲ ਰਹੇ ਹੈ, ਚਾਹੇ ਉਹ ਬਾਹਰ ਫਸੇ ਹੈਗੇ, ਚਾਹੇ ਉਹ ਇੱਥੇ ਫਸੇ ਹੈਗੇ, ਚਾਹੇ ਉਹ ਕੋਵਿਡ ਦੇ ਬਾਰੇ 'ਚ ਹੈ, ਚਾਹੇ ਉਹ ਇਮੀਗ੍ਰੇਸ਼ਨ ਦੇ ਬਾਰੇ 'ਚ ਹੈ, ਚਾਹੇ ਹੈਲਥ ਦੇ ਬਾਰੇ 'ਚ ਹੈ, ਤਾਂ ਤੁਸੀਂ ਅੱਗੇ ਬੁਲਾਓ। ਤਾਂ ਜਹਾਂ ਤੱਕ ਮੇਰਾ ਉਹ ਰੋਲ ਹੈਗਾ, ਚਾਹੇ ਉਹ ਹੈਮਿਲਟਨ ਦੇ ਲੋਕ ਹੈਗੇ, ਜਾ ਕੇ ਬਾਕੀ ਹਿੰਦੁਸਤਾਨੀ ਕੌਮ ਦੇ ਲੋਕ ਹੈਗੇ ਜਾਂ ਕੋਈ ਹੋਰ ਮਾਈਗ੍ਰੈਂਟ ਜੇ ਸਟਕ ਹੈਗੇ, ਮੈਂ ਉਹਨਾਂ ਸਾਰਿਆਂ ਦੀ ਪ੍ਰੋਬਲਮਾਂ ਅੱਗੇ ਪਾਸ ਕੀਤੀਆਂ। ਬਟ ਲੋਕਾਂ ਨੂੰ ਇਹ ਰਿਅਲਾਈਜ਼ ਕਰਨਾ ਕਿ ਉਹ ਜੋ ਡਿਸੀਜਨ ਹੈ ਨਾ, ਉਹ ਮਿਨਿਸਟਰ ਦਾ ਡਿਸੀਜਨ ਹੈਗਾ, ਉਹ ਮੈਂਬਰ ਆਫ ਪਾਰਲੀਮੈਂਟ ਦਾ ਡਿਸੀਜਨ ਨਹੀਂ ਹੈਗਾ, ਉਹ ਕੈਬਨਿਟ ਦਾ ਡਿਸੀਜਨ ਹੈਗਾ। ਤਾਂ ਮੈਂ ਉਸ 'ਚ ਕੋਈ ਡਿਸੀਜਨ ਨਹੀਂ ਲੈ ਸਕਦਾ। ਮੈਂ ਤੁਹਾਡੀ ਪ੍ਰੋਬਲਮ ਜੇ ਅੱਗੇ ਤੱਕ ਕਨਵੇ ਕਰ ਸਕਦਾ, ਮੈਂ ਜੈਨੂਅਲੀ ਕਨਵੇ ਕੀਤੀ ਹੈਗੀ। ਤਾਂ ਅੱਗੇ ਦਾ ਡਿਸੀਜਨ ਜੋ ਹੈ ਉਹ ਸਰਕਾਰ ਨੇ ਲੈਣਾ, ਪਰ ਹਾਲੇ ਕੋਈ ਇਸ ਦਾ ਕੋਈ मतलब आंसर नहीं हैगा, मेरे कोल नहीं हैगा, मिनिस्टर ने हाले कोई डिसीजन लिया भी नहीं हैगा, बट दे आर वर्किंग ऑन इट। तो ऐसा है कि वो उस पर काम कर रहे हैं, और जिद्दां वो आंसर निकलेगा ਤੁਹਾਨੂੰ ਪਹਿਲੇ ਪਤਾ ਲੱਗੇਗਾ। ਔਰ ਮੈਂ ਲੋਕਾਂ ਨੂੰ ਇਹ ਵੀ ਕਹਿੰਦਾ ਕਿ ਜੀ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਤਾਂ ਸਾਰਿਆਂ ਤੇ ਇੰਪੋਰਟੈਂਟ ਹੈ ਕਿ ਤੁਸੀਂ ਸਿੱਧਾ ਮਿਨਿਸਟਰ ਨਾਲ ਗੱਲ ਕਰੋ, ਕਿਉਂਕਿ ਉਹ ਹੈਗਾ ਡਿਸੀਜਨ ਮੇਕਰ। ਮਤਲਬ ਲੋਕਲ MP ਇਤਨਾ ਉਹ ਨਹੀਂ ਕਰਦੇ। ਅਸੀਂ ਸਿਰਫ ਉਹਨਾਂ ਨੂੰ ਕੰਪਲੇਂਟ ਲਿਜਾ ਸਕਦੇ ਹਾਂ ਜਾਂ ਉਹਨਾਂ ਨੇ ਤੁਹਾਡੀ ਤਕਲੀਫਾਂ ਲਿਜਾ ਸਕਦੇ, ਡਿਸੀਜਨ ਉਹਨਾਂ ਦੇ ਹੱਥੇ ਹੈਗਾ। ਤਾਂ ਮੈਂ ਐਕਨੋਲੇਜ ਕਰਨਾ ਚਾਹੁੰਦਾ, ਸਪੈਸ਼ਲੀ ਮੁਹੰਮਦ ਅਨਸ ਸਾਹਿਬ, ਜੋ ਮੈਨੂੰ ਪਤਾ ਹੈ ਉਹਨਾਂ ਨੇ ਪਹਿਲੇ ਵੀ ਮੈਨੂੰ ਕੰਟੈਕਟ ਕੀਤਾ ਹੈਗਾ, ਔਰ ਮੈਂ ਉਹਨਾਂ ਦੀ ਪ੍ਰੋਬਲਮਾਂ ਅੱਗੇ ਡੈਫੀਨਿਟਲੀ ਪਾਸ ਕੀਤੀ ਹੈ। ਆਪਾਂ ਜਿਸ ਸਿਚੁਏਸ਼ਨ ਦੇ ਵਿੱਚ ਹੀ ਹੁਣ ਲੰਘ ਰਹੇ ਹਾਂ, ਉਸ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ ਕਿ ਇਕੋਨਮੀ ਦੇ ਉੱਤੇ ਵੀ ਇਫੈਕਟ ਪਿਆ, ਤੇ ਇਸ ਨੂੰ ਲੈ ਕੇ ਵੀ ਨੈਚੁਰਲੀ ਗਵਰਨਮੈਂਟ ਦੇ ਇਨੀਸ਼ੀਏਟਿਵਸ ਨੇ ਕਿ ਇਸ ਨੂੰ ਦੁਬਾਰਾ ਰਿਵਾਈਵ ਕਿਵੇਂ ਕੀਤਾ ਜਾਏਗਾ। ਤੇ ਤੁਸੀਂ ਫਾਈਨਲੀ ਲਾਸਟ ਦੇ ਵਿੱਚ ਕੋਈ ਜਿਹੜੀ ਫਿਊਚਰ ਦੇ ਵਿੱਚ ਪਲੈਨਿੰਗ ਹੈ ਸਰਕਾਰ ਦੀ ਇਨ ਟਰਮਸ ਆਫ ਆਪਣੇ ਜਿਹੜੇ ਖਾਸ ਕਰਕੇ ਸਮਾਲ ਬਿਜ਼ਨਸਿਸ ਨੇ, ਉਹਨਾਂ ਦੀ ਹੈਲਪ ਨੂੰ ਲੈ ਕੇ ਕੋਈ ਪ੍ਰੋਗਰਾਮ ਜਾਂ ਇਨੀਸ਼ੀਏਟਿਵ ਰੱਖੇ ਜਾ ਰਹੇ ਨੇ? ਕਿਉਂਕਿ ਇਹ ਸਵਾਲ ਸਾਡੇ ਸਾਊਥ ਆਕਲੈਂਡ ਦੇ ਵਿੱਚ ਖਾਸ ਕਰਕੇ ਹੰਟਰਸ ਕਾਰਨਰ ਪੈਪਟੋਈ ਦੇ ਜਿਹੜੇ ਬਿਜ਼ਨਸਿਸ ਨੇ, ਉਹਨਾਂ ਦੇ ਵੱਲੋਂ ਬਾਰ-ਬਾਰ ਪੁੱਛਿਆ ਜਾ ਰਿਹਾ ਜੀ। ਬਿਲਕੁਲ, ਤਾਂ ਇਹ ਬਲਕਿ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਲੇਕਿਨ ਪਹਿਲੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਕਾਫੀ ਜੇ ਸਾਡੇ ਇੰਡੀਅਨ ਜੇ ਭਾਈ ਭੈਣ ਹੁੰਦੇ ਆ, ਉਹ ਪੈਸਾ ਜੇ ਹੈ ਜਾਂ ਹੈਲਪ ਜੇ ਮੰਗਣਾ ਨਹੀਂ ਚਾਹੁੰਦੇ ਜਾਂ ਮੰਗਣੇ ਤੇ ਸ਼ਰਮਾਉਂਦੇ ਹੈਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਦੇਖੋ ਭਈ ਕਿਉਂ ਸਰਕਾਰ ਨੂੰ ਦੁਖੀ ਕੀਤਾ ਜਾਏ, ਜਾਂ ਉਹ ਮਤਲਬ ਥੋੜਾ ਉਹ ਮੈਂਟਲੀ ਸਾਨੂੰ ਇਹ ਲੱਗਦਾ ਹੈ ਕਿ ਕਿਉਂ ਹੱਥ ਫੈਲਾਇਆ ਜਾਏ, ਤੇ ਉਹ ਮੈਂਟੈਲਿਟੀ ਹੈਗੀ। ਪਰ ਮੈਂ ਸਾਰਿਆਂ ਤੋਂ ਪਹਿਲੇ ਇਹ ਕਹਿਣਾ ਚਾਹੁੰਦਾ ਕਿ ਬਹੁਤ ਡਿਫਰੈਂਟ ਟਾਈਪ ਦੀ ਹੈਲਪ ਜੋ ਹੈ, ਫਾਈਨੈਂਸ਼ੀਅਲ ਹੈਲਪ ਅਵੇਲੇਬਲ ਹੈ। ਕਨੇ ਤੁਹਾਡਾ ਹੀ ਪੈਸਾ, ਤੁਸੀਂ ਟੈਕਸ ਦਿੰਦੇ ਹੋ, ਇਸੀ ਵਾਸਤੇ ਦਿੰਦੇ ਹੋ ਟੈਕਸ ਕਿ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਗਵਰਨਮੈਂਟ ਤੁਹਾਨੂੰ ਸਪੋਰਟ ਕਰੇ। ਤਾਂ ਇਸ 'ਚ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈਗੀ ਬੋਲਣਾ ਕਿ ਤੁਹਾਨੂੰ ਸ਼ਰਮਾਣੇ ਦੀ ਕੋਈ ਜ਼ਰੂਰਤ ਨਹੀਂ ਹੈ। ਇਸ 'ਚ ਕੋਈ ਬੁਰੀ ਗੱਲ ਨਹੀਂ ਹੈਗੀ ਕਿ ਜੇ ਤੁਸੀਂ ਸਰਕਾਰ ਤੇ ਮਦਦ ਮੰਗ ਰਹੇ ਹੋ, ਇਸੀ ਵਾਸਤੇ ਸਰਕਾਰ ਨੇ ਮਦਦ ਤੁਹਾਨੂੰ ਦਿੱਤੀ ਹੈ। ਤਾਂ ਮੈਂ ਜੇ ਤੁਹਾਡੇ 2 ਮਿੰਟ ਹੋ ਗਏ ਤਾਂ ਮੈਂ ਤੁਹਾਨੂੰ 2-3 ਟਾਈਪ ਦੇ ਦੱਸੂ ਕਿਆ ਫਾਈਨੈਂਸ਼ੀਅਲ ਉਹ ਅਵੇਲੇਬਲ ਹੈਗੀ। तो सारे तो पहले जो हैगी जी, एक तो हैगी रिसर्जेंट सपोर्ट पेमेंट। तो इस क्या हैगा कि जब भी न्यूजीलैंड लेवल 3 च जावे, जिदा कि हुण हो गया फॉर एक हफ्ता, और उस च जे तुहाडा बिजनेस 30% ते ज़्यादा तुहाडा जे ड्रॉप हुंदा है रेवेन्यू च, तो तुहानू
पेमेंट मिल सकती है। तो उस तक क्या हैगा कि 23 मार्च तक तुसी अप्लाई कर सकते हो। तुहानू सिर्फ ये प्रूव करना है कि लॉकडाउन होने ते पहले लॉकडाउन होने ते बाद तुहानू 30% का नुकसान होया है। और काफ़ी बिजनेस जो वो डिफिकल्ट भी नहीं हैगा प्रूव करना, क्योंकि जिद्दां तुसी हुण हॉस्पिटैलिटी च हैगे तुहानू तुहाडा बिजनेस शायद बंद ही हो जाए क्योंकि तुसी कॉन्टैक्ट नहीं कर सकते कस्टमर कन्नै। तो एक तो पहली सबसिडी ये हैगी। दूजी जो हैगी वो है वेज सब्सिडी स्कीम। तो ये जो हैगी ये सिर्फ लेवल 3 और 4 च हैगी, लेवल 2 च नहीं अवेलेबल। वेयरएज जो पहली वाली मैं तुहानू दसी रिसर्च एंड सपोर्ट पेमेंट वो लेवल 2 च भी अवेलेबल है। तो लेवल तो वेज सब्सिडी स्कीम जो है उस तुहानू दसना है कि 2 हफ्ते के अंदर तुहाडा 40% ते ज़्यादा ड्रॉप हुआ है कंपेयर टू पिछले 6 हफ्ते च। ठीक है, तो 2 डिफरेंट टाइप की स्कीमां आ गई। इस ते बाद 2 होर स्कीमां हैगी, वो हैगी कि जे तुहाडा एम्पलॉय है ते तुहाडे एम्पलॉय दा टेस्ट होया कोविड दा या ਉਹਨਾਂ ਨੂੰ ਕੋਵਿਡ ਡੈਫੀਨਿਟਲੀ ਕਨਫਰਮਡ ਹੈ, ਤਾਂ ਉਹਨਾਂ ਦੋਨੋਂ ਸਿਚੁਏਸ਼ਨ 'ਚ ਜੇ ਉਹਨਾਂ ਨੂੰ ਘਰ ਰਹਿਣਾ ਪਿਆ ਆਈਸੋਲੇਸ਼ਨ ਵਾਸਤੇ ਉਹਨਾਂ ਜੋ ਪੈਸੇ ਮਿਲਣਗੇ। तो अगर और ये सारे ਦੇ ਇੰਪੋਰਟੈਂਟ ਵਰਨ ਹੈਗੇ ਕਿਉਂਕਿ ਇਸ 'ਚ क्या ਹੁੰਦਾ है यू नो मैं ਤੁਹਾਨੂੰ ਪਹਿਲੇ ਵੀ ਕਿਹਾ ਕਿ ਲੋਕਾਂ ਜੋ ਸਿੰਪਟਮ ਹੁੰਦੇ ਹੈ ਵਾਇਰਸ ਦੇ ਉਹ ਵੀਕ ਜੇ ਹੁੰਦੇ ਉਹਨਾਂ ਨੂੰ ਲੱਗਦਾ ਕਿ ਚਲੋ ਟੈਸਟ ਕਰਾ ਲਈਏ ਪਰ ਕੰਮ ਪਰ ਜਾਂਦੇ ਰਹੀਏ, ਕਿਉਂਕਿ ਲੋਕਾਂ ਨੂੰ ਇਹ ਹੁੰਦਾ ਹੈ ਕਿ ਹੁਣ ਮੈਂ ਹਫਤਾ ਭਰ ਤਾਂ ਛੁੱਟੀ ਲੈ ਨਹੀਂ ਸਕਦਾ। तो ये इंपॉर्टेंट है कि देर आर 2 डिफरेंट टाइप्स ऑफ सब्सिडी। जे तुहानू ये 2 डिफरेंट सब्सिडियां हैगी जे तुसी या तुसी टेस्ट दा वेट कर रहे हो या तुसी पॉजिटिव हो, दोनों टाइम तुहानू सरकार दी तरफ से सब्सिडी मिलेगी, बिजनेस जो भी और कने लोकां नू भी। फिर इसके अलावा एक होर स्मॉल बिजनेस कैश फ्लो लोन स्कीम भी हैगी। इस च की हैगा कि तुहानू अप टू $1 लाख तक लोन मिल सकता है सरकार की तरफ से, और मैक्सिमम जो हैगा इस 3% मैक्सिमम इंटरेस्ट रेट है 5 साल वास्ते। और मतलब इस काफ़ी क्राइटेरिया है पर अप टू $1 लाख तुहानू लो इंटरेस्ट पर लोन भी मिल सकता है। इसके अलावा तुहानू टैक्स और ACC का भी काफ़ी सपोर्ट हैगा। तो नॉर्मली की होंदा है कि 1 जुलाई नू तुहानू तुहाडी ACC की लैवी देनी पौंदी है। तो हुण से है वो क्या है कि जी वो 1 जुलाई ते चेंज करके उन्होंने अक्तूबर कर दिता हैगा, तो अक्तूबर के एंड तक। इसके अलावा जो तुसी अपना टैक्स नहीं दे सकते हो, क्योंकि कई बार की होंदा है कि लोग टैक्स तुहानू मार्च च देना अप्रैल च देना तो तुसी बाकी खर्चा कर लिया, तुहाडा बिजनेस रुक गया, तुहाडे पैसे नहीं। तो वो भी सिस्टम हैगा IRD की तरफ से जो तुसी किस्तां च पेमेंट देनी है। तो काफ़ी ज़्यादा जो है सपोर्ट है सरकार की तरफ से। और उस सारे तो बड़ा सिर्फ यही हैगा कि इफ एनीथिंग जो लोग हैं वो ले नहीं रहे हैं। तो ਆਪਾਂ ਤਾਂ ਲੋਕਾਂ ਨੂੰ ਐਨਕਰੇਜ ਕਰ ਰਹੇ ਕਿ ਜੀ ਇਤਨੀ ਸਰਵਿਸਿਜ਼ ਅਵੇਲੇਬਲ ਹੈ, ਤੁਸੀਂ ਜ਼ਰੂਰ ਲਓ, ਕਿਉਂਕਿ ਤੁਹਾਡਾ ਹੀ ਟੈਕਸ ਹੈ, ਤੁਹਾਡੇ ਵਾਸਤੇ ਹੀ ਹੈ ਬਣਾਇਆ ਗਿਆ। Sorry, I've lost your voice. Gaurav Sharma, Member of Parliament, thank you for your time. बहुत चंगा लग्या ਤੁਹਾਡੇ ਨਾਲ ਗੱਲ ਕਰਕੇ, ਐਂਡ ਆਮ ਸ਼ੋਰ ਸਾਰਿਆਂ ਨੂੰ ਦੱਸ ਦਈਏ ਕੱਲ ਨੂੰ ਮੈਂਬਰ ਆਫ ਪਾਰਲੀਮੈਂਟ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਜਿਹੜੇ 11:30 ਵਜੇ ਇੱਥੇ ਰੇਡੀਓ ਸਪਾਈਸ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਮੈਸੇਜ COVID-19 ਤੇ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਕਲਸਟਰ ਡਿਵੈਲਪ ਹੋਇਆ ਪੈਪਟੋਈ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ। ਥੈਂਕ ਯੂ ਫॉर योर टाइम। ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋਗੇ ਗੌਰਵ ਜੀ? This is your first interview ਜਿਹੜੀ ਰੇਡੀਓ ਸਪਾਈਸ ਦੇ ਉੱਤੇ ਆਪਾਂ ਕਰ ਰਹੇ ਹਾਂ, ਮੈਨੀ ਮੋਰ ਟੂ ਕਮ, ਤੇ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਯੂ ਕੈਨ ਜੀ। ਬਸ ਮੈਂ ਇਹ ਕਹਾਂਗਾ ਕਿ ਦੇਖिए ਜੀ ਜੋ ਕੋਵਿਡ ਹੈਗਾ ਨਾ ਉਹਨਾਂ ਨੇ ਸਾਰਿਆਂ ਨੂੰ ਹੀ ਅਫੈਕਟ ਕੀਤਾ ਹੈਗਾ। ਵੈਸੇ ਤੁਸੀਂ ਜਿੱਦਾਂ ਤੁਸੀਂ ਆਫਸ਼ੋਰ ਮਾਈਗ੍ਰੈਂਟ ਦੀ ਗੱਲ ਕਰ ਰਹੇ ਹੈਗੇ, ਤੁਸੀਂ ਇੱਥੇ ਫਸੇ ਲੋਕਾਂ ਦੀ ਗੱਲ ਕਰ ਰਹੇ ਹੈਗੇ ਜੋ ਵਾਪਸ ਘਰ ਜਾਣਾ ਚਾਹੁੰਦੇ ਸੀ, ਤੁਸੀਂ ਪਾਪਾਟੋਏ 'ਚ ਲੋਕਾਂ ਦੀ ਗੱਲ ਕਰ ਰਹੇ ਆ, ਆਕਲੈਂਡ ਦੀ ਗੱਲ ਕਰ ਰਹੇ, ਹੈਮਿਲਟਨ 'ਚ ਕਰ ਰਹੇ ਆ। ਤਾਂ ਸਾਰਿਆਂ ਲੋਕਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ। ਕਨੇ ਇਹਨਾਂ ਨੂੰ ਸੋਲਵ ਕਰਨ ਦਾ ਸੋਲੂਸ਼ਨ ਇਹ ਹੈਗਾ ਕਿ ਆਪਾਂ ਪਬਲਿਕ ਹੈਲਥ ਦੀ ਪੂਰੀ ਐਡਵਾਈਸ ਜੋ ਹੈਗੀ ਉਹਨਾਂ ਨੂੰ ਸੁਣੀਏ, ਤੇ ਨਾਲ ਤਾਂ ਜੇ ਵੈਕਸੀਨ ਸਾਨੂੰ ਮਿਲੇ ਤਾਂ ਉਹ ਵੀ ਵੈਕਸੀਨ ਵੀ ਲਈਏ। ਕਨੇ ਆਪਣੀ ਫੈਮਿਲੀ ਨਾਲ ਵੀ ਡਿਸਕਸ ਕਰੀਏ ਕਿ ਕਿਆ ਸੋਲੂਸ਼ਨ ਹੈਗੇ। ਤਾਂ ਜੇ ਮੰਨ ਲਓ ਤੁਹਾਡਾ ਕੋਈ ਜਾਣਨੇ ਵਾਲਾ ਹੈਗਾ, ਉਹ ਅੰਗਰੇਜ਼ੀ ਨਹੀਂ ਬੋਲਦਾ, ਹਿੰਦੀ ਬੋਲਦਾ, ਪੰਜਾਬੀ ਬੋਲਦਾ, ਉਰਦੂ ਬੋਲਦਾ, ਤਾਂ ਤੁਸੀਂ ਉਹਨਾਂ ਨੂੰ ਰਾਈਟ ਇਨਫੋਰਮੇਸ਼ਨ प्रोवाइड करिए। तो COVID-19 की वैबसाइट पर भी हैगी इन्फॉर्मेशन, ऑफिस ऑफ एथनिक अफेयर्स की वैबसाइट पर भी हैगी, नाल मेरी अपनी फेसबुक पर डॉक्टर गौरव शर्मा MP फॉर हैमिल्टन वेस्ट पर भी मैं बस हुण अपलोड करने वाला हिंदी च पंजाबी च भी इन्फॉर्मेशन हैगी। जे तुसीं किसी जो बुजुर्गों को पास करना चाहते हैं या कोई नहीं बोलता है अंग्रेजी तो उन्होंने भी पास करना चाहते हैं, सो दैट वुड बी हेल्पफुल।
ਤੇ ਅਸੀਂ ਤੁਹਾਡੇ ਨਾਲ ਫਿਊਚਰ ਦੇ ਵਿੱਚ ਵੀ ਇਨ ਟੱਚ ਰਵਾਂਗੇ। ਸੋ ਇਹ ਕਨਵਰਸੇਸ਼ਨ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਆਪਣਾ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਧੰਨਵਾਦ ਤੁਹਾਨੂੰ ਤੁਹਾਡੇ ਸ਼ਰੋਤਿਆਂ ਨੂੰ ਵੀ। ਥੈਂਕ ਯੂ। ਸੋ ਅਸੀਂ ਰੇਡੀਓ